Hello, my dear friends. I hope you are studying well. I am Mohit Dhingra. Welcome to CBC. ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਦੀ ਆਪਣੀ ਸੀਰੀਜ਼ ਨੂੰ ਜੋ ਆਪਾਂ ਸਟਾਰਟ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਆਪਾਂ ਪਾਰਟ 14 ਤੱਕ ਡਿਸਕਸ ਕਰ ਚੁੱਕੇ ਸੀ ਤੇ ਅੱਜ ਆਪਾਂ ਡਿਸਕਸ ਕਰਾਂਗੇ ਸਟੈਟਿਕ ਜੀਕੇ ਪਾਰਟ 15। ਤਾਂ ਇਸ 15ਵੇਂ ਸੈਸ਼ਨ ਦੇ ਵਿੱਚ ਅੱਜ ਆਪਾਂ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਇੰਪੋਰਟੈਂਟ ਡੇਜ਼ ਨੂੰ ਅੱਜ ਮੈਂ ਤੁਹਾਨੂੰ ਕੁਝ ਡੇਜ਼ ਯਾਦ ਕਰਵਾਉਂਗਾ ਜਿਹਦੇ ਵਿੱਚ ਆਪਾਂ ਟ੍ਰਿਕਸ ਦੇ ਨਾਲ ਉਹ ਡੇਜ਼ ਯਾਦ ਕਰਾਂਗੇ ਹੈ ਨਾ। ਤਾਂ ਇਹਨਾਂ ਸੀਰੀਜ਼ ਦੇ ਵਿੱਚ ਜੋ ਵੀ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਹਾਂ ਨਾ ਨਾਲ ਮੈਂ ਤੁਹਾਨੂੰ ਸਟੈਟਿਕ ਵੀ ਦੱਸ ਰਿਹਾ ਕਰੰਟ ਵੀ ਕਰਵਾ ਰਿਹਾ ਐਂਡ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਕੋਸ਼ਿਸ਼ ਕਰਦਾ ਕਿ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਟ੍ਰਿਕਸ ਦੇ ਨਾਲ ਯਾਦ ਕਰਵਾ ਪਾਵਾਂ ਅਤੇ ਨਾਲ ਦੇ ਨਾਲ ਆਪਾਂ ਚੀਜ਼ਾਂ ਨੂੰ ਰਿਵਾਈਜ਼ ਵੀ ਕਰਦੇ ਹਾਂ। ਕਿਸੇ ਕੰਟਰੀ ਦੀ ਕਿਸੇ ਸਟੇਟ ਦੀ ਕੈਪੀਟਲਸ ਨੂੰ ਵੀ ਮੈਂ ਦੁਬਾਰਾ ਬੋਲ ਕੇ ਤੁਹਾਨੂੰ ਯਾਦ ਕਰਵਾਉਣਾ ਤਾਂ ਕਿ ਤੁਸੀਂ ਮੇਰੇ ਨਾਲ ਉਹਨੂੰ ਯਾਦ ਕਰ ਪਾਓ। ਜਿੰਨੀ ਵਾਰ ਤੁਸੀਂ ਇਹਨੂੰ ਬੋਲੋਗੇ ਸੁਣੋਗੇ ਹੈ ਨਾ ਉਹਨੂੰ ਓਨਾ ਜ਼ਿਆਦਾ ਤੁਸੀਂ ਯਾਦ ਕਰ ਪਾਓਗੇ ਹੈ ਨਾ। ਜਿੰਨਾ ਕਿਸੇ ਚੀਜ਼ ਨੂੰ ਦੇਖੀ ਜਾਓਗੇ ਉਨੀ ਚੀਜ਼ ਸੋਹਣੀ ਹੁੰਦੀ ਜਾਂਦੀ ਹੈ, ਉਵੇਂ ਜਿੰਨਾ ਕਿਸੇ ਚੀਜ਼ ਨੂੰ ਸੁਣੀ ਜਾਓਗੇ ਉਨੀ ਚੀਜ਼ ਤੁਹਾਨੂੰ ਯਾਦ ਹੁੰਦੀ ਰਹਿੰਦੀ ਹੈ ਨਾ। ਤਾਂ ਇਸੇ ਪ੍ਰਿੰਸੀਪਲ 'ਤੇ ਕੰਮ ਕਰਦੇ ਹੋਏ ਆਪਾਂ ਆਪਣੀ ਸਟੱਡੀਜ਼ ਨੂੰ ਹੋਰ ਜ਼ਿਆਦਾ ਬੂਸਟ ਕਰਾਂਗੇ ਹੈ ਨਾ। ਤਾਂ ਅੱਛੇ ਤਰੀਕੇ ਨਾਲ ਆਪਣੀ ਪ੍ਰੈਪਰੇਸ਼ਨਸ ਨੂੰ ਆਪਾਂ ਕੰਟੀਨਿਊ ਰੱਖਾਂਗੇ ਐਂਡ ਪੰਜਾਬ ਪਟਵਾਰੀ ਸੂਨ ਬਹੁਤ ਜਲਦੀ ਆਊਟ ਹੋ ਜਾਊਗਾ ਹੈ ਨਾ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਹੂ ਇਜ਼ ਔਨਰਡ ਵਾਈਲ ਓਬਜ਼ਰਵਿੰਗ ਦਾ ਨੈਸ਼ਨਲ ਐਜੂਕੇਸ਼ਨ ਡੇ। ਨੈਸ਼ਨਲ ਐਜੂਕੇਸ਼ਨ ਡੇ ਜਦੋਂ ਸੈਲੀਬ੍ਰੇਟ ਕੀਤਾ ਜਾਂਦਾ ਕਹਿੰਦੇ ਉਸ ਤਰੀਕ ਨੂੰ ਕਿਹਨੂੰ ਯਾਦ ਕੀਤਾ ਜਾਂਦਾ ਜਾਂ ਉਸ ਤਰੀਕ ਨੂੰ ਕਿਹਨੂੰ ਔਨਰ ਕੀਤਾ ਜਾਂਦਾ, ਉਸ ਤਰੀਕ ਨੂੰ ਕਿਹਨਾਂ ਦਾ ਬਰਥਡੇ ਹੁੰਦਾ। ਅਤੇ ਇਹਦਾ ਸੀ ਆਪਸ਼ਨ ਕਰੈਕਟ ਆਨਸਰ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ। ਅਬੁਲ ਬੋਲਣਾ, ਕਿਸੇ ਨੇ ਅਬਦੁਲ ਨਹੀਂ ਬੋਲਣਾ, ਮੌਲਾਨਾ ਅਬੁਲ ਕਲਾਮ ਆਜ਼ਾਦ। ਤਾਂ ਇਹਨਾਂ ਦੀ ਯਾਦ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਡੇ ਮਨਾਇਆ ਜਾਂਦਾ। ਕਿਉਂ ਮਨਾਇਆ ਜਾਂਦਾ? ਬਿਕੋਜ਼ ਮੌਲਾਨਾ ਅਬਦੁਲ ਕਲਾਮ ਆਜ਼ਾਦ ਇਜ਼ ਦਾ ਫਸਟ ਐਜੂਕੇਸ਼ਨ ਮਿਨਿਸਟਰ ਆਫ ਇੰਡੀਆ। ਫਸਟ ਐਜੂਕੇਸ਼ਨ ਮਿਨਿਸਟਰ ਆਫ ਇੰਡੀਆ ਆਪਾਂ ਯਾਦ ਰੱਖਣਾ। ਦੇਖੋ ਇਹ ਫਸਟ ਵਾਲੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਹੀ ਕਹੀਆਂ ਬਹੁਤ ਇੰਪੋਰਟੈਂਟ ਹੁੰਦੀਆਂ। ਪਹਿਲੀ ਵਾਰ ਜੋ ਵੀ ਕੁਝ ਹੁੰਦਾ ਹੈ ਉਹ ਕਾਫੀ ਇੰਪੋਰਟੈਂਟ ਹੁੰਦਾ ਹੈ, ਤੈਨੂੰ ਯਾਦ ਰੱਖਣਾ। ਤਾਂ ਫਸਟ ਐਜੂਕੇਸ਼ਨ ਮਿਨਿਸਟਰ ਆਫ ਇੰਡੀਆ ਇਜ਼ ਮੌਲਾਨਾ ਅਬਦੁਲ ਕਲਾਮ ਆਜ਼ਾਦ। ਵੈਰੀ ਇੰਪੋਰਟੈਂਟ, ਠੀਕ ਹੈ। ਤਾਂ ਬਾਕੀ ਆਪਸ਼ਨਸ ਨੂੰ ਵੀ ਡਿਸਕਸ ਕਰਦੇ ਹਾਂ। ਫਸਟ ਆਪਸ਼ਨ ਹੈ ਜਵਾਹਰ ਲਾਲ ਨਹਿਰੂ। ਕੌਣ ਸੀਗੇ ਜੀ? ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ, ਠੀਕ ਹੈ, ਪਹਿਲੇ ਪ੍ਰਧਾਨ ਮੰਤਰੀ ਇੰਡੀਆ ਦੇ। ਇਹਨਾਂ ਦੀ ਆਪਾਂ ਨੂੰ ਇੱਕ ਫੇਮਸ ਬੁੱਕ ਪੁੱਛੀ ਜਾਂਦੀ ਹੈ, ਉਹ ਯਾਦ ਰੱਖਣਾ, ਡਿਸਕਵਰੀ ਆਫ ਇੰਡੀਆ। ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਬੁੱਕ ਹੈ। ਡਿਸਕਵਰੀ ਆਫ ਇੰਡੀਆ ਇਜ਼ ਰਿਟਨ ਬਾਏ ਜਵਾਹਰ ਲਾਲ ਨਹਿਰੂ। ਵੈਰੀ ਇੰਪੋਰਟੈਂਟ। ਸੈਕਿੰਡ ਆਪਸ਼ਨ ਕੀ ਹੈ ਜੀ? ਬੀ ਆਰ ਅੰਬੇਦਕਰ। ਵੈਰੀ ਇੰਪੋਰਟੈਂਟ। ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ। ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ, ਜੋ ਆਪਣਾ ਸੰਵਿਧਾਨ ਹੈ ਨਾ ਉਹਦੇ ਫਾਦਰ ਮੰਨੇ ਜਾਂਦੇ ਆ ਕਿਉਂਕਿ ਇਹਨਾਂ ਨੇ ਆਪਣੇ ਸੰਵਿਧਾਨ ਨੂੰ ਕੀ ਕੀਤਾ ਸੀ? ਡਰਾਫਟ ਕੀਤਾ ਸੀ। ਤਾਂ ਡਰਾਫਟਿੰਗ ਕਮੇਟੀ ਦੇ ਹੈੱਡ ਵੀ ਸੀ, ਤਾਂ ਕਰਕੇ ਇਹਨਾਂ ਨੂੰ ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ ਕਿਹਾ ਜਾਂਦਾ ਹੈ। ਅਤੇ ਭਾਰਤ ਦਾ ਜੋ ਸੰਵਿਧਾਨ ਹੈ ਉਹ ਪੂਰੀ ਦੁਨੀਆ 'ਚੋਂ ਸਭ ਤੋਂ ਵੱਡਾ ਸੰਵਿਧਾਨ ਹੈ। ਵਰਲਡਸ ਲਾਰਜੈਸਟ ਕੌਨਸਟੀਟਿਊਸ਼ਨ ਇੰਡੀਆ ਦਾ ਹੈ ਨਾ। ਅਤੇ ਫੋਰਥ ਆਪਸ਼ਨ ਕੀ ਹੈ ਜੀ? ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਸਰਵਪੱਲੀ ਰਾਧਾ ਕ੍ਰਿਸ਼ਨਨ ਕੌਣ ਸੀ? ਇਹ ਇੰਡੀਆ ਦੇ ਫਸਟ ਵਾਈਸ ਪ੍ਰੈਜ਼ੀਡੈਂਟ ਸੀਗੇ। ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਸਰਵਪੱਲੀ ਰਾਧਾ ਕ੍ਰਿਸ਼ਨਨ। ਇਹਨਾਂ ਦਾ ਬਰਥਡੇ ਕਦੋਂ ਹੁੰਦਾ ਜੀ? 5 ਸਤੰਬਰ। ਅਤੇ 5 ਸਤੰਬਰ ਨੂੰ ਆਪਾਂ ਕੀ ਸੈਲੀਬ੍ਰੇਟ ਕਰਦੇ ਹਾਂ? ਨੈਸ਼ਨਲ ਟੀਚਰਸ ਡੇ। ਨੈਸ਼ਨਲ ਟੀਚਰਸ ਡੇ 5 ਸਤੰਬਰ। ਚਲੋ ਜੀ ਚਲਦੇ ਆਪਣਾ ਨੈਕਸਟ ਕੁਐਸਚਨ ਆ ਗਿਆ। ਦੇਖੋ ਇਸ ਕੁਐਸਚਨ 'ਤੇ ਆਪਾਂ ਟ੍ਰਿਕਸ ਯਾਦ ਕਰਾਂਗੇ। ਅਰਥ ਡੇ ਇਜ਼ ਸੈਲੀਬ੍ਰੇਟਿਡ ਔਨ। ਆਪਣੇ ਪ੍ਰਿਥਵੀ ਦਿਵਸ ਕਦੋਂ ਮਨਾਇਆ ਜਾਂਦਾ? ਅਰਥ ਡੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਦੇਖੋ ਇਸ ਕੁਐਸਚਨ ਤੋਂ ਪਹਿਲਾਂ ਮੈਂ ਤੁਹਾਨੂੰ 3 ਟ੍ਰਿਕ ਦੱਸਦਾ। 3 ਡੇਜ਼ ਆਪਾਂ ਯਾਦ ਕਰਾਂਗੇ। ਤੁਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਪੰਜਾਬ ਦਾ ਇੱਕ ਫੇਮਸ ਨੰਬਰ ਬੋਲਣਾ। ਉਹ ਨੰਬਰ ਕੀ ਹੈ? 22। ਠੀਕ ਹੈ ਜੀ, 22 ਪੰਜਾਬ 'ਚ ਕਾਫੀ ਬੋਲਿਆ ਜਾਂਦਾ। ਹੋਰ 22 ਹੈ ਨਾ। ਤਾਂ 22 ਯਾਦ ਰੱਖਣਾ। 22 ਹੁਣ 22 ਤੋਂ ਬਾਅਦ ਆਪਾਂ ਇੱਕ ਵਰਡ ਲਿਖ ਲੈਣਾ। ਇਹ ਵਰਡ ਵੀ ਆਪਾਂ ਕਾਫੀ ਸੁਣਿਆ ਹੁੰਦਾ ਮੈਮ ਹੈ ਨਾ। ਈਜ਼ੀ ਸ਼ਬਦ ਹੈ ਮੈਮ ਜਿਵੇਂ ਆਪਾਂ ਸਰ ਬੋਲਦੇ ਹਾਂ ਉਵੇਂ ਮੈਮ ਬੋਲਦੇ ਹਾਂ ਹੈ ਨਾ। ਅਤੇ ਨਾਲ ਆਪਾਂ ਇੱਕ ਕੰਪਿਊਟਰ ਦਾ ਇੱਕ ਵਰਡ ਯਾਦ ਰੱਖਣਾ, ਉਹਦਾ ਨਾਮ ਹੈ ਵੈਬ। ਇਹ ਵੀ ਆਪਾਂ ਕੰਪਿਊਟਰ ਦੇ ਵਿੱਚ ਸੁਣਿਆ ਹੁੰਦਾ। ਦੇਖੋ ਤਿੰਨੋਂ ਵਰਡ ਕਾਫੀ ਜ਼ਿਆਦਾ ਫੇਮਸ ਹੈ, 22 ਮੈਮ ਅਤੇ ਵੈਬ। ਹੁਣ 22 ਜਦੋਂ ਆਪਾਂ 3 ਵਾਰ ਲਿਖ ਲਿਆ ਮੈਮ। ਹੁਣ ਐਮ ਤੋਂ ਆਪਾਂ ਉਹ ਮੰਥ ਬੋਲਣਾ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਐਮ ਤੋਂ ਕਿਹੜਾ ਮੰਥ ਸ਼ੁਰੂ ਹੁੰਦਾ ਹੈ? ਮਾਰਚ। ਦੇਖੋ ਪਹਿਲਾਂ ਜੈਨ, ਫਿਰ ਫਰਵਰੀ, ਫਿਰ ਮਾਰਚ, ਠੀਕ ਹੈ। ਮਾਰਚ ਤੋਂ ਬਾਅਦ ਕੀ ਹੁੰਦਾ ਜੀ? ਅਪ੍ਰੈਲ ਤੋਂ ਬਾਅਦ ਕੀ ਹੁੰਦਾ? ਮਈ। ਤਾਂ ਇਹ ਕੀ ਬਣ ਗਿਆ? 22 ਮਾਰਚ, 22 ਅਪ੍ਰੈਲ ਅਤੇ 22 ਮਈ। 3 ਮਹੀਨੇ ਹੋ ਗਏ, 3 ਡੇਜ਼ ਹੋ ਗਏ। ਤਾਂ ਡਬਲਿਊ ਤੋਂ ਆਪਾਂ ਯਾਦ ਰੱਖਣਾ ਵਾਟਰ ਡੇ। ਡਬਲਿਊ ਤੋਂ ਯਾਦ ਰੱਖਣਾ ਵਾਟਰ ਡੇ। ਈ ਤੋਂ ਯਾਦ ਰੱਖਣਾ ਅਰਥ ਡੇ, ਜੋ ਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਅਤੇ ਬੀ ਤੋਂ ਯਾਦ ਰੱਖਣਾ ਬਾਇਓ ਡਾਇਵਰਸਿਟੀ ਡੇ, ਜੈਵਿਕ ਵਿਵਿਧਤਾ ਦਿਵਸ, ਬਾਇਓ ਡਾਇਵਰਸਿਟੀ ਡੇ। ਇਹ ਤਿੰਨੋਂ ਡੇਜ਼ ਮੋਸਟ ਇੰਪੋਰਟੈਂਟ ਹੈ ਜੀ। ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਜ਼ਰੂਰ ਯਾਦ ਰੱਖਣਾ। ਬਾਇਓ ਡਾਇਵਰਸਿਟੀ ਡੇ 22। ਤਾਂ 22 ਮਾਰਚ ਨੂੰ ਹੋ ਜਾਊਗਾ ਵਾਟਰ ਡੇ, ਇਹ ਵੀ ਪੁੱਛਿਆ ਜਾ ਸਕਦਾ ਹੈ। 22 ਅਪ੍ਰੈਲ ਕਿਹੜਾ ਹੋ ਗਿਆ? ਅਰਥ ਡੇ। 22 ਮਈ ਹੋ ਗਿਆ ਬਾਇਓ ਡਾਇਵਰਸਿਟੀ ਡੇ। ਤਾਂ ਆਪਾਂ ਨੂੰ ਕਿਹੜਾ ਪੁੱਛਿਆ ਜੀ?
अर्थ डे, तो अर्थ डे कदों हो जाऊगा 22 अप्रैल। ए ऑप्शन इज़ द करैक्ट आंसर। चलते जी थर्ड क्वेश्चन ते द बुक टाइटल्ड इंडियन द इंडियन वॉर ऑफ इंडिपेंडेंस वॉज रिटन बाय। तो बुक तो पूछे जी, बुक से भी अपन क्वेश्चन जरूर आता, हिस्टरी की बुक है द इंडियन वॉर ऑफ इंडिपेंडेंस। ये बुक सी जो पब्लिश हुई सी 1909 के। इस बुक को किन्ने लिखिया सी? वी.डी. सावरकर। वेरी इंपॉर्टेंट, वी.डी. सावरकर जो कि इंडिया के क्रांतिकारी भी रहे ने फेमस, तो इंडिया च ये पोलीटिकल लीडर भी सीगे, है ना। तो वैसे हिस्टरी च आपां नूं क्वेश्चन आ सकता है भी किहड़ी पार्टी तो बिलोंग करते सी। हिस्टरी च क्वेश्चन पूछा जाता है, हिंदू महासभा तो बिलोंग करते सी, हिंदू महासभा। वेरी इंपॉर्टेंट, वी.डी. सावरकर। तो जो 1857 की क्रांति हुई सी उस बारे इन्होंने लिखा सी। 1857 की क्रांति में इन्होंने की किया सी? इट इज़ द फस्ट वॉर ऑफ इंडियन इंडिपेंडेंस। कहते इंडिया की आज़ादी का यह पहली लड़ाई है। ये वी.डी. सावरकर ने कही सी गल, काफ़ी इंपॉर्टेंट है तो बहुत बार एग्जाम पूछी जाती है। तो बाकी ऑप्शन को डिस्कस करते हैं। बाल गंगाधर तिलक, है ना, इन्हों का नाम कि लिता जाता है? इकट्ठा लिता जाता है लाल बाल पाल दे नाल। लाल मतलब लाला लाजपत राय, बाल मतलब बाल गंगाधर तिलक, पाल मतलब विपिन चंद्र पाल। तो इन्होंने कि पार्टिसिपेट किया सी? स्वदेशी मूवमेंट। स्वदेशी मूवमेंट, स्वदेशी मूवमेंट नाल इन्हों का संबंध है। स्वदेशी मूवमेंट कदों हुई सी? 1905 के। बाल गंगाधर तिलक। तो यह अपना करैक्ट आंसर हो चुका फोर्थ ऑप्शन, वी.डी. सावरकर। फोर्थ क्वेश्चन है जी, हु इज़ द ऑथर ऑफ वन नाइट एट कॉल सेंटर। वेरी वेरी इंपॉर्टेंट बुक। ये क्वेश्चन बहुत बार एग्जाम च आता है तो इंपॉर्टेंट बुक है ये, वन नाइट एट कॉल सेंटर। बुक्स तो अपन क्वेश्चन आऊगा, देखो एक होर अपना एक अज टॉपिक कवर हो रहा है बुक्स तो, फेमस बुक्स। तो वन नाइट एट कॉल सेंटर ये बुक लिखी जी चेतन भगत। इंडिया के फेमस राइटर है चेतन भगत। तो आप इन्हों की होर भी बुक्स याद रखनी है। फस्ट तो होगी वन नाइट एट कॉल सेंटर। सैकेंड बुक आप याद रखनी है 5 पॉइंट समवन। 5 पॉइंट समवन, वेरी इंपॉर्टेंट। थर्ड बुक इन्हों की याद रखनी है टू स्टेट्स। टू स्टेट्स। उस तो बाद फोर्थ बुक याद रखनी है द थ्री मिसटेक्स ऑफ माई लाइफ। द थ्री मिसटेक्स ऑफ माई लाइफ। ये देखो सारिया बुक्स इंपॉर्टेंट है, कोई भी पूछ सकते हैं। फिफ्थ बुक आप याद रखनी है हाफ गर्लफ्रेंड। हाफ गर्लफ्रेंड हो जूगी याद तो। सिक्स बुक है जी रेवोल्यूशन 2020। रेवोल्यूशन 2020 काफ़ी इंपॉर्टेंट बुक्स है। सारिया बुक्स किन्ने लिखी हैं? चेतन भगत। इन्हों चो कोई भी बुक आ जाए सारिया बहुत इंपॉर्टेंट है, रिटन बाय चेतन भगत। चलते हैं एक होर ऑप्शन ते विक्रम सेठ। वेरी वेरी इंपॉर्टेंट। विक्रम सेठ ते एक बुक है, इन्होंने एक बुक लिखी सी ए सूटेबल बॉय। वेरी इंपॉर्टेंट, ए सूटेबल बॉय। देखो बॉय सूटेबल बॉय, एक बॉय एक सूटेबल है इंग्लिश जाइए तो वो बॉय सूटेबल है, अच्छा है तो वो कौन होगा? सेठ होगा, है ना। इदा भी याद रख सकते हैं। तो विक्रम सेठ ने केड़ी बुक लिखी? ए सूटेबल बॉय। वेरी इंपॉर्टेंट। चलो दैन अगेन फिर बुक्स से अज अपने क्वेश्चन ज़्यादा है। हु इज़ द ऑथर ऑफ गीत गोविंद। बुक का नाम की है जी? गीत गोविंद। देखो गीत गोविंद या गीता गोविंद, हूँ गीत मतलब कि होंगे सॉन्ग, गोविंद मतलब भगवान, है ना। हूँ जो गीत गोविंद भगवान के भजन चलणगे, है ना, गोविंद जी के भजन चलणगे तो की होगा? सारे जय करेंगे। तो आप आंसर याद रखना था फर्स्ट ऑप्शन जयदेव। तो जयदेव ऑथर है तो इन्होंने केड़ी बुक लिखी सी? गीत गोविंद। वेरी इंपॉर्टेंट। तो ये ऑप्शन इसका करैक्ट आंसर है। बाकी ऑप्शनस को देखते हैं। कलहन, कलहन भी काफ़ी इंपॉर्टेंट है। इन्होंने एक बुक लिखी सी राज तरंगनी। ये भी बुक बहुत बार एग्जाम पूछी जाती है, राज तरंगनी। राज तरंगनी इज़ द बुक रिटन बाय कलहन। ये बेसिकली किंग्स ऑफ कश्मीर ते बेस्ड बुक है, कश्मीर के जोड़े राजे से उन्होंने बेस्ड बुक है। वेरी वेरी इंपॉर्टेंट बुक राज तरंगनी रिटन बाय कलहन। संस्कृत के सी कालीदास, कालीदास ने बुक लिखी सी। इन्होंने भी बुक्स आप याद रखे सी प्रीवियस वीडियोज़ के मेघदूत, है ना। और एक आप याद की सी कुमार संभव। दैन थर्ड आप याद की सी अभिज्ञान शकुंतलम। अभिज्ञान शकुंतलम। होर भी आप बुक्स इन्हों की याद की सी दो होर, मेघदूत कुमार संभव अभिज्ञान शकुंतलम। ये तो काफ़ी ज़्यादा इंपॉर्टेंट है। अभिज्ञान शकुंतलम को ज़्यादा इंपॉर्टेंट कहेंगे आप, ज़्यादा पूछी जाती है। इस तो इलावा इन्होंने एक होर लिखी सी मालविका अग्नि मित्रम। मालविका अग्नि मित्रम। एंड एक आप इन्हों की होर याद रख सकते हैं ऋतु संहार। ऋतु संहार। ये 5 बुक्स हैं जड़ियाँ मेन लिखिया सी मेघदूत,
sorry, Kalidas. And Kalidas is also known as Shakespeare of India. ਇਹਨਾਂ ਨੂੰ ਹੋਰ ਕੀ ਕਹਿੰਦੇ? ਸ਼ੇਕਸਪੀਅਰ ਆਫ ਇੰਡੀਆ। ਵੈਰੀ ਇੰਪੋਰਟੈਂਟ। ਸ਼ੇਕਸਪੀਅਰ ਆਫ ਇੰਡੀਆ ਕਿਹਨੂੰ ਬੋਲਿਆ ਜਾਂਦਾ ਹੈ? ਕਾਲੀਦਾਸ। ਚਲੋ ਚਲਦੇ ਜੀ 6 ਕੁਐਸਚਨ ਤੇ। ਔਨ ਵਿਚ ਡੇਟ ਨੈਸ਼ਨਲ ਵਾਟਰਸ ਡੇ ਇਜ਼ ਓਬਜ਼ਰਵਡ ਐਵਰੀ ਈਅਰ। ਹਰ ਸਾਲ ਆਪਣੇ ਇੰਡੀਆ 'ਚ ਇੱਕ ਡੇ ਮਨਾਇਆ ਜਾਂਦਾ ਹੈ। ਇਸ ਡੇ ਦਾ ਨਾਮ ਕੀ ਹੈ? ਨੈਸ਼ਨਲ ਵੋਟਰਸ ਡੇ। ਦੇਖੋ ਵੋਟਿੰਗ ਨੂੰ ਐਨਕਰੇਜ ਕਰਨ ਵਾਸਤੇ ਵੀ ਜੋ ਆਪਣਾ ਯੂਥ ਹੈ ਨਾ, ਉਹਦੇ ਅੰਦਰ ਵੋਟਿੰਗ ਨੂੰ ਵੀ, ਤਾਂ ਕਿ ਉਹ ਵੋਟ ਕਰਨ ਜਾਣ, ਵੋਟਿੰਗ ਨੂੰ ਐਨਕਰੇਜ ਕਰਨ ਲਈ, ਪ੍ਰੋਤਸਾਹਨ ਦੇਣ ਲਈ ਵੋਟਰਸ ਡੇ ਮਨਾਇਆ ਜਾਂਦਾ। ਤਾਂ ਵੈਸੇ ਵੋਟਰਸ ਡੇ ਸਭ ਤੋਂ ਪਹਿਲਾਂ 2011 ਤੋਂ ਸ਼ੁਰੂ ਹੋਇਆ ਸੀ। ਇਹ ਨਹੀਂ ਹੈ ਵੀ ਆਪਾਂ ਸ਼ੁਰੂ ਤੋਂ ਹੀ ਇਹਨੂੰ ਸੈਲੀਬ੍ਰੇਟ ਕਰ ਰਹੇ, ਇਹਨੂੰ 2011 ਤੋਂ ਸੈਲੀਬ੍ਰੇਟ ਕਰਨਾ ਆਪਾਂ ਸ਼ੁਰੂ ਕੀਤਾ। ਤਾਂ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ। ਇਹ ਕਿਸੇ ਐਗਜ਼ਾਮ 'ਚ ਕੁਐਸਚਨ ਆਇਆ ਵੀ ਹੈ ਵੀ ਵੋਟਰਸ ਡੇ ਨੂੰ ਆਪਾਂ ਕਦੋਂ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ। ਤਾਂ ਆਪਣਾ ਆਨਸਰ ਹੋ ਜਾਊਗਾ 2011। ਤਾਂ ਕਦੋਂ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ 25 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਨੈਸ਼ਨਲ ਵੋਟਰਸ ਡੇ। ਤਾਂ 4th ਆਪਸ਼ਨ ਇਹਦੀ ਕਰੈਕਟ ਆਨਸਰ ਹੋ ਜਾਊਗੀ। ਠੀਕ ਹੈ। ਅੱਛਾ, ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਕਿਉਂ ਮਨਾਇਆ ਜਾਂਦਾ ਹੈ? ਬਿਕੋਜ਼ ਇਸ ਦਿਨ ਸਥਾਪਨਾ ਹੋਈ ਸੀ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ। ਤਾਂ ਕੋਈ ਨਾ ਕੋਈ ਡੇ ਕਿਸੇ ਨਾ ਕਿਸੇ ਚੀਜ਼ ਦੀ ਯਾਦਗਾਰ 'ਚ ਮਨਾਇਆ ਜਾਂਦਾ। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੋ ਆਪਣੇ ਇੰਡੀਆ ਦੇ ਵਿੱਚ ਵੋਟਿੰਗ ਵਗੈਰਾ ਨੂੰ, ਇਲੈਕਸ਼ਨਸ ਨੂੰ ਕੰਡਕਟ ਕਰਾਉਂਦਾ ਹੈ ਨਾ, ਤਾਂ ਉਹਦੀ ਸਥਾਪਨਾ ਹੋਈ ਸੀ ਇਸ ਦਿਨ। ਤਾਂ ਇਸ ਕਰਕੇ ਨੈਸ਼ਨਲ ਵੋਟਰਸ ਡੇ ਮਨਾਇਆ ਜਾਂਦਾ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਨਾ। ਵੈਸੇ ਵੀ ਇੰਡੀਆ 'ਚ ਰਿਵਾਜ ਹੈ ਵੋਟ ਕੇ ਬਦਲੇ ਨੋਟ। ਅੱਛਾ, ਯਾਦ ਰੱਖਣਾ ਨੈਸ਼ਨਲ ਵੋਟਰਸ ਡੇ 25 ਜਨਵਰੀ। 7th ਕੁਐਸਚਨ ਹੈ ਹੈਡਕੁਆਟਰਸ ਆਫ ਯੂਨੈਸਕੋ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਇਹ ਕੁਐਸਚਨ ਤਾਂ ਹਰ ਐਗਜ਼ਾਮ 'ਚ ਰਿਪੀਟ ਹੁੰਦਾ, ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਕੁਐਸਚਨ ਆਉਂਦਾ। ਯੂਨੈਸਕੋ ਨੂੰ ਹੀ ਜ਼ਿਆਦਾ ਫੋਕਸ ਕੀਤਾ ਜਾਂਦਾ। ਫੁੱਲ ਫਾਰਮ ਆਪਾਂ ਇਹਦੀ ਯਾਦ ਰੱਖੀ ਸੀ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟੀਫਿਕ, ਸਪੈਲਿੰਗਸ ਥੋੜ੍ਹਾ ਚੈੱਕ ਕਰ ਲਿਓ, ਐਂਡ ਕਲਚਰਲ ਆਰਗੇਨਾਈਜੇਸ਼ਨ ਹੈ ਨਾ। ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟੀਫਿਕ ਐਂਡ ਕਲਚਰਲ, ਕਾਫੀ ਇੰਪੋਰਟੈਂਟ ਹੈ। ਇਹਦੇ ਹੈਡਕੁਆਟਰਸ ਕਿੱਥੇ ਹੈ ਜੀ? 4th ਆਪਸ਼ਨ ਦਾ ਕਰੈਕਟ ਆਨਸਰ ਹੈ ਪੈਰਿਸ ਦੇ ਵਿੱਚ। ਠੀਕ ਹੈ, ਕਾਫੀ ਇੰਪੋਰਟੈਂਟ ਹੈ। ਅਤੇ ਪੈਰਿਸ ਤਾਂ ਆਪਾਂ ਇੱਕ ਚੀਜ਼ ਹੋਰ ਯਾਦ ਰੱਖੀ ਸੀ, ਪੈਰਿਸ ਇਜ਼ ਔਨ ਦਾ ਬੈਂਕ ਆਫ ਰਿਵਰ ਸੀਨ। ਰਿਵਰ ਸੀਨ ਨਦੀ ਦੇ ਕਿਨਾਰੇ। ਇਹ ਵੀ ਇੰਪੋਰਟੈਂਟ ਹੈ। ਪੈਰਿਸ ਕਾਫੀ ਸੋਹਣੇ ਸੀਨ ਹੁੰਦੇ, ਤਾਂ ਸੀਨ ਨਦੀ ਤੋਂ ਕਿਨਾਰੇ ਆਪਾਂ ਯਾਦ ਰੱਖਣਾ। ਪੈਰਿਸ ਕਿਹਦੀ ਕੈਪੀਟਲ ਹੈ? ਪੈਰਿਸ ਇਜ਼ ਦਾ ਕੈਪੀਟਲ ਆਫ ਫਰਾਂਸ। ਯੂਰਪੀਅਨ ਕੰਟਰੀ ਹੈ ਫਰਾਂਸ, ਫਰਾਂਸ ਦੀ ਕੈਪੀਟਲ ਹੈ ਪੈਰਿਸ। ਇਸ ਤੋਂ ਇਲਾਵਾ ਜਨੇਵਾ ਕਿੱਥੇ ਹੈ? ਜਨੇਵਾ ਹੈ ਜੀ ਸਵਿਟਜ਼ਰਲੈਂਡ ਦੇ ਵਿੱਚ। ਸਵਿਟਜ਼ਰਲੈਂਡ ਵੀ ਯੂਰਪੀਅਨ ਕੰਟਰੀ ਹੈ। ਸਵਿਟਜ਼ਰਲੈਂਡ ਨੂੰ ਪਲੇ ਗਰਾਊਂਡ ਆਫ ਯੂਰਪ ਵੀ ਬੋਲਿਆ ਜਾਂਦਾ, ਐਂਡ ਕਸ਼ਮੀਰ ਆਫ ਯੂਰਪ ਵੀ ਬੋਲਿਆ ਜਾਂਦਾ। ਅਤੇ ਜਨੇਵਾ ਦੇ ਵਿੱਚ ਬਹੁਤ ਸਾਰੇ ਆਪਣੇ ਹੈਡਕੁਆਟਰਸ ਹੈ, ਲਾਈਕ WHO ਹੋ ਗਿਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋ ਗਿਆ, ILO ਹੋ ਗਿਆ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਕਾਫੀ ਜ਼ਿਆਦਾ ਹੈਡਕੁਆਟਰਸ ਆਪਾਂ ਇਹ ਫੇਮਸ ਮੈਂ ਲਿਖੇ ਹੈ। ਇਹ ਵੀ ਕਿੱਥੇ ਹੈ? ਜਨੇਵਾ 'ਚ। ਬੈਂਕੋਕ ਕਿਹਦੀ ਕੈਪੀਟਲ ਹੈ? ਬੈਂਕੋਕ ਇਜ਼ ਦਾ ਕੈਪੀਟਲ ਆਫ ਥਾਈਲੈਂਡ। ਕਾਫੀ ਇੰਪੋਰਟੈਂਟ ਕੰਟਰੀ ਹੈ ਥਾਈਲੈਂਡ। ਥਾਈਲੈਂਡ ਦੀ ਕੈਪੀਟਲ ਹੈ ਬੈਂਕੋਕ। ਇੱਕ ਕੁਐਸਚਨ ਆਪਾਂ ਨੂੰ ਹੋਰ ਆਊਗਾ, ਵਿਚ ਕੰਟਰੀ ਇਜ਼ ਨੋਨ ਐਜ਼ ਲੈਂਡ ਆਫ ਵਾਈਟ ਐਲੀਫੈਂਟਸ। ਇੱਥੇ ਵਾਈਟ ਐਲੀਫੈਂਟਸ ਪਾਏ ਜਾਂਦੇ ਆ। ਤਾਂ ਲੈਂਡ ਆਫ ਵਾਈਟ ਐਲੀਫੈਂਟਸ ਕਿਹਨੂੰ ਬੋਲਦੇ ਆ? ਥਾਈਲੈਂਡ ਨੂੰ। ਥਾਈਲੈਂਡ 'ਤੇ ਆਪਾਂ ਨੂੰ ਕੁਐਸਚਨ ਹੋਊਗਾ। ਅਤੇ ਥਾਈਲੈਂਡ ਦੀ ਕੈਪੀਟਲ ਕੀ ਹੈ? ਬੈਂਕੋਕ। ਐਂਡ ਨਿਊਯਾਰਕ ਇਜ਼ ਦਾ ਸਿਟੀ ਇਨ USA। USA ਦੀ ਸਿਟੀ ਹੈ। ਵੈਸੇ USA ਦੀ ਕੈਪੀਟਲ ਕੀ ਹੈ? ਵਾਸ਼ਿੰਗਟਨ DC। ਠੀਕ ਹੈ ਜੀ। ਚਲੋ ਨੈਕਸਟ ਹੈ ਜੀ 8th ਕੁਐਸਚਨ। ਤਮਾਸ਼ਾ ਇਜ਼ ਏ ਥੀਏਟਰ ਫਾਰਮ ਆਫ ਵਿਚ ਸਟੇਟ। ਕਿਹੜੀ ਸਟੇਟ ਦੇ ਵਿੱਚ ਇੱਕ ਫੇਮਸ ਥੀਏਟਰ ਫਾਰਮ ਕੀਤੀ ਜਾਂਦੀ, ਇੱਕ ਪਲੇ ਕੀਤਾ ਜਾਂਦਾ, ਇੱਕ ਆਪਾਂ ਕਹਾਂਗੇ ਵੀ ਇੱਕ ਪਲੇ ਹੋ ਗਿਆ ਹੈ ਨਾ, ਨਾਟਕ ਕੀਤਾ ਜਾਂਦਾ। ਇਸ ਨਾਟਕ ਦਾ ਨਾਮ ਹੈ ਤਮਾਸ਼ਾ। ਅਤੇ ਕਿੱਥੇ ਹੁੰਦਾ? ਇਹ ਹੁੰਦਾ ਜੀ ਮਹਾਰਾਸ਼ਟਰ ਦੇ ਵਿੱਚ। ਮਹਾਰਾਸ਼ਟਰ। ਤਮਾਸ਼ਾ ਮਹਾਰਾਸ਼ਟਰ ਦੇ ਵਿੱਚ ਹੁੰਦਾ। ਅਤੇ ਮਹਾਰਾਸ਼ਟਰ ਦਾ ਆਪਾਂ ਇੱਕ ਫੋਕ ਡਾਂਸ ਵੀ ਯਾਦ ਕੀਤਾ ਸੀ ਪ੍ਰੀਵੀਅਸ ਵੀਡੀਓਜ਼ ਦੇ ਵਿੱਚ, ਕਾਫੀ ਇੰਪੋਰਟੈਂਟ ਹੈ, ਲਾਵਨੀ ਜਿਹੜਾ ਫੋਕ ਡਾਂਸ ਹੈ ਵੀ ਮਹਾਰਾਸ਼ਟਰ 'ਚ ਹੁੰਦਾ। ਅਤੇ ਮਹਾਰਾਸ਼ਟਰ ਦੀ ਕੈਪੀਟਲ ਕੀ ਹੈ ਜੀ? ਮੁੰਬਈ ਹੈ ਨਾ। ਚਲੋ ਇਹ ਯਾਦ ਰੱਖਣਾ। ਬਾਕੀ ਵੀ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ। ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਯਾਦ ਕੀਤਾ ਸੀ ਕੱਥਕ। ਇਹਨੂੰ ਆਪਾਂ ਕਿਵੇਂ ਯਾਦ ਕੀਤਾ ਸੀ? ਲਾਸਟ ਵੀਡੀਓ ਤੁਸੀਂ ਜ਼ਰੂਰ ਦੇਖ ਲੈਣੀ ਹੈ। ਭਰਤ ਨਾਡੂ ਗਾਨ ਕਰਨਾ ਪੂੜੀ ਆਦਿ ਕੱਥਕ ਉੱਤਰ। ਤਾਂ ਕੱਥਕ ਉੱਤਰ ਤੋਂ ਯਾਦ ਕੀਤਾ ਸੀ। ਕੱਥਕ ਉੱਤਰ ਮਤਲਬ ਕੱਥਕ ਹੋ ਜਾਊਗਾ, ਅਤੇ ਉੱਤਰ ਮਤਲਬ ਉੱਤਰ ਪ੍ਰਦੇਸ਼। ਅਤੇ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ? ਲਖਨਊ। ਮੱਧ ਪ੍ਰਦੇਸ਼ ਦੀ ਕੈਪੀਟਲ ਹੈ ਭੋਪਾਲ। ਠੀਕ ਹੈ ਜੀ। ਦੈਨ ਹੈ ਗੁਜਰਾਤ ਦੇ ਵਿੱਚ ਦੋ ਡਾਂਸ ਕਿਹੜੇ ਹੁੰਦੇ ਆ? ਇੱਕ ਡਾਂਡੀਆ ਐਂਡ ਗਰਬਾ। ਗੁਜਰਾਤ ਦੀ ਕੈਪੀਟਲ ਹੈ ਗਾਂਧੀਨਗਰ। ਠੀਕ ਹੈ। ਦੈਨ ਹੈ ਰਾਜਸਥਾਨ ਦੇ ਦੋ ਡਾਂਸ ਤੁਸੀਂ ਯਾਦ ਰੱਖਣੇ, ਇੱਕ ਹੈ ਘੂਮਰ ਅਤੇ ਦੂਸਰਾ ਹੈ ਪਾਨੀਹਾਰੀ।
वेरी इंपॉर्टेंट। देखो राजस्थान च वैसे अपना थार डेजर्ट है ना, रेतीला रेगिस्तानी इलाका है, तो उत्थे पानी की कमी रहिंदी है। पानी की कमी नूं दूर करने लई की करदे लोग, पानी लभन जाते हैं। पानी लभन लई लोग जगह जगह घूमते तो घूमर ते पानीहारी डांस याद रखने कित्थे हुंदे, राजस्थान। तो राजस्थान की कैपिटल की है जयपुर। जयपुर इज़ ऑल्सो नोन एज पिंक सिटी, है ना, पिंक सिटी बोलते। तो ब्लू सिटी किनू बोलते सी, जोधपुर। जोधपुर ਨੂੰ ਬੋਲਿਆ ਜਾਂਦਾ ਸੀ ਬਲੂ ਸਿਟੀ, ਹੈ ਨਾ। ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਵੀ ਯਾਦ ਕੀਤੇ ਹੈ ਅਤੇ ਨਾਲ ਆਪਾਂ ਇਹਨੂੰ ਰਿਵਾਈਜ਼ ਵੀ ਕਰ ਰਹੇ ਹਾਂ। ਨੈਕਸਟ ਹੈ ਜੀ 9th ਕੁਐਸਚਨ, ਹੂ ਅਮੰਗ ਦ ਫੋਲੋਇੰਗ ਹੈਜ਼ ਰਿਟਨ ਦ ਫੇਮਸ ਬੁੱਕ ਮਾਲਗੁਡੀ ਡੇਜ਼। ਤਾਂ ਬਹੁਤ ਇੰਪੋਰਟੈਂਟ ਬੁੱਕ ਹੈ ਮਾਲਗੁਡੀ ਡੇਜ਼। ਤਾਂ ਡੀ ਨੈਸ਼ਨਲ ਦੇ ਉੱਤੇ ਇੱਕ ਪਹਿਲਾਂ ਆਪਾਂ ਇੱਕ ਐਪੀਸੋਡ ਵੀ ਆਉਂਦਾ ਸੀ, ਇਹਦਾ ਨਾਟਕ ਆਉਂਦਾ ਸੀ ਮਾਲਗੁਡੀ ਡੇਜ਼ ਦਾ। ਕਾਫੀ ਅੱਛੀ ਬੁੱਕ ਹੈ ਮਾਲਗੁਡੀ ਡੇਜ਼। ਤਾਂ ਦੋ ਬੁੱਕਸ ਯਾਦ ਰੱਖਣੀਆਂ, ਮਾਲਗੁਡੀ ਡੇਜ਼, ਸੈਕਿੰਡ ਹੈ ਗਾਈਡ। ये दोनों बुक्स ਨੂੰ ਕਿੰਨੇ ਲਿਖਿਆ ਸੀ, ਆਰ ਕੇ ਨਾਰਾਇਣ। ਵੈਰੀ ਇੰਪੋਰਟੈਂਟ, ਆਰ ਕੇ ਨਾਰਾਇਣ। ਤਾਂ ਮਾਲਗੁਡੀ ਡੇਜ਼ ਐਂਡ ਗਾਈਡ दोनों बुक्स याद रखनी है, आर के नारायण। ठीक है, तो फोर्थ ऑप्शन ਇਹਦਾ ਕਰੈਕਟ आंसर हो जाऊगा। ਹੁਣ रविंद्रनाथ टैगोर जी ਦੀਆਂ ਇਹਨਾਂ ਦੀ ਆਪਾਂ ਦੋ ਬੁੱਕਸ ਯਾਦ ਰੱਖਣੀਆਂ। ਫਸਟ ਹੈ ਗੀਤਾਂਜਲੀ ਐਂਡ ਸੈਕਿੰਡ ਹੈ ਗੋਰਾ। ਗੀਤਾਂਜਲੀ ਐਂਡ ਗੋਰਾ ਦੋ ਬੁੱਕਸ ਲਿਖੀਆਂ ਸੀ ਰਵਿੰਦਰਨਾਥ ਟੈਗੋਰ ਨੇ। ਹੁਣ ਗੀਤਾਂਜਲੀ ਲਈ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ, ਨੋਬਲ ਪ੍ਰਾਈਜ਼। ਤਾਂ ਪਹਿਲੇ ਇੰਡੀਅਨ ਬਣੇ ਸੀ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪਹਿਲੇ ਏਸ਼ੀਅਨ ਜਿਨ੍ਹਾਂ ਨੂੰ ਪਹਿਲੀ ਵਾਰ ਲਿਟਰੇਚਰ ਦੇ ਵਿੱਚ 1913 ਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਸੀ, ਨੋਬਲ ਪ੍ਰਾਈਜ਼। ਵੈਰੀ ਇੰਪੋਰਟੈਂਟ, ਠੀਕ ਹੈ, ਇੰਪੋਰਟੈਂਟ ਹੈ ਰਵਿੰਦਰਨਾਥ ਟੈਗੋਰ। ਇੱਕ ਹੋਰ ਆਪਾਂ ਇਹਨਾਂ ਦਾ ਯਾਦ ਕੀਤਾ ਸੀ ਬੁੱਕ, ਉਹਦਾ ਨਾਮ ਸੀ ਕਾਬੁਲੀਵਾਲਾ। ਕਾਬੁਲੀਵਾਲਾ ਇਹ ਵੀ ਯਾਦ ਰੱਖਣੀ। ਤਾਂ ਗੀਤਾਂਜਲੀ, ਗੋਰਾ ਐਂਡ ਕਾਬੁਲੀਵਾਲਾ ਇਹ ਤਿੰਨੋਂ ਕਿੰਨੇ ਲਿਖੀਆਂ ਸੀ, ਰਵਿੰਦਰਨਾਥ ਟੈਗੋਰ। चलते जी अज से अपनी सीरीज़ के लास्ट क्वेश्चन ते, डांडिया इज़ ए फॉर्म ऑफ डांस एसोसीएटेड विच ऑफ द फॉलोइंग। ये तो तुहानूं हुण काफ़ी याद हो ही गया होगा। डांडिया कित्थे हुंदा जी, गुजरात दे विच। डांडिया हो गया, गरबा हो गया, है ना, ये दोनों कित्थे हुंदे, गुजरात। ते गुजरात की कैपिटल की है, गांधीनगर। गांधीनगर। तो गांधीनगर किहड़ी नदी के किनारे है, ये क्वेश्चन आंदा है। नदी का नाम है साबरमती रिवर। साबरमती नदी के किनारे। गांधीनगर हो गया, अहमदाबाद हो गया, दोनों साबरमती नदी के किनारे। हरियाणा का आप डांस याद रखना है। हरियाणा का जोड़ा डांस है नाम है नाच। नाच डांस कित्थे हुंदा है, हरियाणा के विच। पंजाब दे विच आपां नूं पता ही है जी, पंजाब च भांगड़ा हो गया, सैकेंड हो गया गिद्धा। भांगड़ा ते गिद्धा कित्थे हुंदे, पंजाब दे विच। एंड राजस्थान च आपां याद करके आए हुण घूमर एंड पानीहार। ठीक है, राजस्थान की कैपिटल है जयपुर, गुजरात की कैपिटल है गांधीनगर, पंजाब की कैपिटल है चंडीगढ़, एंड हरियाणा की भी की कैपिटल है चंडीगढ़। चंडीगढ़ को किन्ने डिज़ाइन किया सी, चंडीगढ़ वॉज डिज़ाइनड बाय ली कार्बूसियर। ये भी क्वेश्चन एग्जाम च बहुत बार आता पंजाब के। ली कार्बूसियर ने डिज़ाइन किया सी चंडीगढ़ शहर। ठीक है जी, तो ये सी अज के अपने बेस्ट क्वेश्चनस। ये आप कुछ इंपॉर्टेंट डेज को कवर किया, ट्रिक्स नाल आप डेज को याद किया, है ना। तो काफ़ी इंपॉर्टेंट चीज़ा मैं तुम्हें इस सीरीज़ के करा रहे हैं। सीरीज़ में तुम देखते रहो, अपनी रिवीजन करते रहो, नाल क्वेश्चनस प्रैक्टिस करते रहो, तो अपना स्कोर भी देखते रहो भी हुण तक तुहाडे किन्ने क्वेश्चनस सही हो रहे, है ना। तो मिलते जी अपने नैक्सट पार्ट के, अज लिए इन्ना ही। थैंक यू।